वाहिगुरु जी का खालसा वाहिगुरु जी की फतेह। हाँ जी, आपां लड़ीवार आसा दी वार विचारनी आरंभ कीती सी। इहदे विच आपां मूल मंत्र ते पहले दो श्लोकां दी अर्थ व्याख्या कीती सी। सो अज आपां तीसरे श्लोक दी व्याख्या शुरू करनी है। गुरु पातशाह जी ने अज तीसरे श्लोक विच सानूं समझाउणा कीता है। महला पहला भाव गुरु नानक पातशाह दा श्लोक है। महला पहला संकेत है कि गुरु नानक पातशाह जी दा श्लोक। पातशाह बचन करदे हन, नानक गुरु ना चेतनी मन अपने सुचेत। व्याख्या बारे अर्थां बारे आपां गल कर रहे सी कि प्रोफैसर साहब सिंह जी ने जो आपां तुसीं ये अर्थ वेख भी रहे हो, प्रोफैसर साहब सिंह जी ने कीते होए हन, जो साडे अज एप्लीकेशन ते पए होए हन, ਵੱਖ-ਵੱਖ ਥਾਵਾਂ ਤੇ ਸਾਨੂੰ ਮਿਲ ਜਾਂਦੇ ਹਨ। ਪਹਿਲਾਂ ਦਰਪਣ ਦੇ ਰੂਪ ਵਿੱਚ ਹੁਣ ਸਾਨੂੰ ਇਹ ਐਪ ਦੇ ਰੂਪ ਵਿੱਚ ਮਿਲ ਜਾਂਦੇ ਹਨ। ਪਰ ਕਿਸੇ ਵੀ ਵਿਆਖਿਆਕਾਰ ਦੀ ਜਿਹੜੀ ਵਿਆਖਿਆ ਹੈ ਉਹ ਤਕਰੀਬਨ ਇੱਕੋ ਜਿਹੀ ਨਹੀਂ ਹੈ, ਸੇਮ ਨਹੀਂ ਹੈ ਕਿਸੇ ਦੀ ਬਿਲਕੁਲ, ਪਰ ਥੋੜੇ ਥੋੜੇ ਫਰਕ ਦੇ ਨਾਲ ਦੇਖਿਆ ਜਾਂਦਾ ਹੈ ਕਿ ਜਿਹੜੀ ਪ੍ਰਣਾਲੀ ਸ਼ੁਰੂ ਤੋਂ ਚੱਲ ਰਹੀ ਹੈ, ਜਿਹੜਾ ਦਿਸ਼ਾ ਉਹਦੇ ਵਿੱਚ ਚੱਲ ਰਿਹਾ ਹੈ, ਜਿਹੜੀ ਫਿਲਾਸਫੀ, ਜਿਹੜੀ ਵਿਚਾਰਧਾਰਾ ਨੂੰ, ਜਿਹੜੇ ਪੁਆਇੰਟ ਆਫ ਵਿਊ ਨੂੰ ਲੈ ਕੇ ਪਹਿਲੇ ਵਿਆਖਿਆਕਾਰ ਨੇ ਵਿਆਖਿਆ ਕੀਤੀ ਹੈ, ਤਕਰੀਬਨ ਵੇਖਿਆ ਜਾਏ ਤੇ ਸਭ ਨੇ ਉਹਨਾਂ ਨੂੰ ਇੱਕ ਦੂਜੇ ਨੂੰ ਜਿਹੜਾ ਹੈ ਕਿ ਅੱਗੇ ਕਾਪੀ ਕੀਤਾ। ਪਰ ਸਵਾਲ ਇਹ ਹੈ ਕਿ ਕਿਸੇ ਵੀ ਗੁਰੂ ਪਾਤਸ਼ਾਹ ਜੀ ਨੇ ਵਿਆਖਿਆ ਨਹੀਂ ਕੀਤੀ। ਗੁਰਬਾਣੀ ਦੇ ਅਰਥ ਕਰਨ ਲੱਗਿਆਂ ਕੋਈ ਵੀ ਦਾਅਵਾ ਨਹੀਂ ਕਰ ਸਕਦਾ। ਅਸੀਂ ਅਰਥ ਕਿਉਂ ਕਰਨੇ ਆ? ਗੁਰੂ ਪਾਤਸ਼ਾਹ ਜੀ ਦੀ ਬਾਣੀ ਹੈ, ਔਰ ਇੱਕ ਗੱਲ ਤੇ ਸਾਡੇ ਸਾਹਮਣੇ ਇਹ ਪੱਕੀ ਹੈ ਕਿ ਅਸੀਂ ਗੁਰਬਾਣੀ ਨੂੰ ਆਪਣੀ ਜੀਵਨ ਦੇ ਵਿੱਚ ਢਾਲ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ। ਪਹਿਲਾਂ ਆਪਣੇ ਅੰਦਰੋਂ ਉਹ ਵਿਕਾਰ, ਉਹ ਅਵਗੁਣ, ਉਹ ਬੁਰਾਈਆਂ ਨੂੰ ਕੱਢਣਾ ਹੈ। ਉਸ ਤੋਂ ਬਾਅਦ ਜੋ ਆਪ ਖੁਦ ਸੋਹਣੇ ਜੀਵਨ ਦਾ ਅਹਿਸਾਸ, ਫੀਲਿੰਗ ਸਾਨੂੰ ਮਹਿਸੂਸ ਹੁੰਦਾ ਹੈ, ਉਹ ਅਸੀਂ ਫਿਰ ਦੂਜਿਆਂ ਨੂੰ ਅੱਗੇ ਜਿਹੜਾ ਹੈ ਉਹਨਾਂ ਨੂੰ ਵੰਡਣਾ ਹੈ, ਅੱਗੇ ਦੂਸਰੇ ਨੂੰ ਉਸ ਤੋਂ ਬਾਅਦ ਜਾ ਕੇ ਸਮਝਾਉਣਾ ਕਰਨਾ। ਕਿਉਂਕਿ ਪਾਤਸ਼ਾਹ ਦੀ ਬਾਣੀ ਦਾ ਵੀ ਉਪਦੇਸ਼ ਹੈ, ਪ੍ਰਥਮੇ ਮਨ ਪਰ ਬੁੱਧ ਹੈ ਆਪਣਾ, ਪਾਛੈ ਅਵਰ ਰਿਝਾਵੈ। ਸਭ ਤੋਂ ਪਹਿਲਾਂ ਆਪਣੇ ਮਨ ਦੇ ਉੱਤੇ ਉਹਨੂੰ ਟਿਕਾਉਣਾ ਹੈ, ਆਪ ਉਹਦੇ ਉੱਤੇ ਚੱਲਣਾ ਹੈ, ਉਸ ਤੋਂ ਬਾਅਦ ਦੂਸਰੇ ਨੂੰ ਉਪਦੇਸ਼ ਕਰਨਾ। ਹੁਣ ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਤਕਰੀਬਨ ਅਸੀਂ ਵੇਖਦੇ ਹਾਂ ਕਿ ਅੱਜ ਤੋਂ 4 ਸਦੀਆਂ 3 ਸਦੀਆਂ ਪਹਿਲਾਂ ਦੀ ਉਚਾਰਨ ਕੀਤੀ ਹੋਈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ, ਉਸ ਤੋਂ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਕਬੀਰ ਜੀ 200 ਸਾਲ 150 ਸਾਲ ਹੋਰ ਪਹਿਲਾਂ ਹੋਏ ਹਨ। ਇਸ ਕਰਕੇ ਅੱਜ ਦੇ ਸੰਦਰਭ ਵਿੱਚ ਅਸੀਂ ਗੁਰਬਾਣੀ ਨੂੰ ਜੇ ਇਸੇ ਤਰ੍ਹਾਂ ਵੇਖਣਾ ਹੋਵੇ ਤੇ ਸਾਨੂੰ ਜਿਹੜਾ ਸਿੱਧੇ ਤੌਰ ਤੇ ਗੁਰਬਾਣੀ ਦੇ ਜਿਹੜੇ ਨੇ ਉਹ ਅਰਥ ਨਹੀਂ ਸਮਝ ਆਉਂਦੇ। ਉਹਦੇ ਕਰਕੇ ਸਾਨੂੰ ਫਿਰ ਹੁਣ ਜੋ ਹੈ ਟੀਕਾਕਾਰ, ਡਿਕਸ਼ਨਰੀ, ਜਿਹੜੇ ਕੋਸ਼ ਹਨ, ਉਹਨਾਂ ਦੀ ਮਦਦ ਲੈਣੀ ਪੈਂਦੀ ਹੈ। ਪਰ ਉਹਦੇ ਨਾਲ ਨਾਲ ਅਸੀਂ ਗੁਰੂ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਵੀ ਬਰਕਰਾਰ ਰੱਖਣਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਵੀ ਬਰਕਰਾਰ ਰੱਖਣਾ। ਗੁਰੂ ਪਾਤਸ਼ਾਹ ਜੀ ਇੱਥੇ ਏਸ਼ੀਆ ਦੇ ਵਿੱਚ ਪੈਦਾ ਹੁੰਦੇ ਹਨ। ਇੱਥੇ ਆ ਕੇ ਜਦਕਿ ਵੇਖਿਆ ਜਾਏ ਤੇ ਉਸ ਵੇਲੇ ਵੀ ਹੋਰ ਉਹਨਾਂ ਦੇ ਕੰਪੈਰੀਟਿਵ ਬਹੁਤ ਇੱਥੇ ਜਿਹੜੇ ਰਿਲੀਜਨ ਚੱਲ ਰਹੇ ਸਨ, ਮਜ਼ਹਬ ਚੱਲ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹਨਾਂ ਤੋਂ ਵੱਖਰਾ ਕੀ ਸੀ? ਇਹ ਸਵਾਲ ਸਾਡੇ ਅੰਦਰ ਹਮੇਸ਼ਾ ਆਉਂਦੇ ਰਹਿਣਾ ਚਾਹੀਦਾ। ਅਗਰ ਇਹ ਸਵਾਲ ਸਿੱਖਾਂ ਦੇ ਮਨ ਵਿੱਚ ਨਹੀਂ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੱਖਰਾਪਨ ਕੀ ਸੀ, ਪਹਿਲੇ ਚਲੇ ਆ ਰਹੇ ਧਰਮਾਂ ਤੋਂ, ਪਹਿਲੇ ਚਲੇ ਆ ਰਹੇ ਮਜ਼ਹਬਾਂ, ਤੇ ਖਿਆਲ ਕਰਨਾ ਫਿਰ ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਕਦੀ ਸਮਝ ਹੀ ਨਹੀਂ ਪਾਵਾਂਗੇ। ਔਰ ਉਹ ਬਦਲਾਵ ਜੋ ਗੁਰੂ ਪਾਤਸ਼ਾਹ ਜੀ ਚਾਹੁੰਦੇ ਸਨ, ਉਹ ਬਦਲਾਵ ਅਸੀਂ ਕਦੀ ਲਿਆ ਹੀ ਨਹੀਂ ਪਾਵਾਂਗੇ। ਪਾਤਸ਼ਾਹਾਂ ਦੇ ਸੁਪਨੇ ਨੂੰ ਸਾਕਾਰ, ਮਿਸ਼ਨ ਨੂੰ ਸਾਕਾਰ ਕਰ ਹੀ ਨਹੀਂ ਪਾਵਾਂਗੇ। ਕਿਉਂਕਿ ਫਿਰ ਜਿਸ ਚੱਕੀ ਦੇ ਵਿੱਚ ਗੁਜ਼ਾਰੀ ਸਾਨੂੰ ਪੀਣਾ ਚਾਹੁੰਦਾ ਸੀ, ਸਮਝ ਲਓ ਅਸੀਂ ਵੀ ਉਸੇ ਚੱਕੀ ਦੇ ਵਿੱਚ ਉਹਨਾਂ ਦਾਣਿਆਂ ਦਾ ਰੂਪ ਬਣ ਜਾਣਾ। ਅਸੀਂ ਵੀ ਉਸੇ ਤਰ੍ਹਾਂ ਪਿਸਣਾ ਜਿਸ ਤਰ੍ਹਾਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਇੱਥੇ ਜਨਤਾ ਪਿਸਦੀ ਆ ਰਹੀ। ਗੁਰੂ ਪਾਤਸ਼ਾਹ ਜੀ ਨੇ
ਉਸ ਵੇਲੇ ਦੇ ਧਾਰਮਿਕ ਆਗੂਆਂ ਨੂੰ ਇਹ ਗੱਲ ਸੰਬੋਧਨ ਹੋ ਕੇ ਆਖੀ ਸੀ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ ਅੰਧ, ਦੀਨੇ ਉਜਾੜੇ ਕਾ ਬੰਦ। ਉਹਨਾਂ ਨੂੰ ਉਜਾੜੇ ਦਾ ਬੰਦ ਦੱਸਿਆ, ਭਾਵ ਇਹ ਉਜਾੜੇ ਦਾ ਬੰਨ ਹਨ। ਇੱਕ ਉਜਾੜੇ ਨੂੰ ਹੀ ਇਹਨਾਂ ਨੇ ਬੰਨ ਮਾਰਿਆ, ਮਤਲਬ ਕਿ ਉਜਾੜ ਵਾਲੇ ਪਾਸੇ ਹੀ ਲੈ ਕੇ ਜਾ ਰਿਹਾ, ਲੁੱਟਣ ਵਾਲੇ ਪਾਸੇ ਲੈ ਕੇ ਜਾ ਰਿਹਾ। ਜਨਤਾ ਨੂੰ ਲੁੱਟਿਆ ਤੇ ਜਾ ਰਿਹਾ ਹੈ, ਪਰ ਉਹਨਾਂ ਨੂੰ ਦਿੱਤਾ ਕੁਝ ਨਹੀਂ ਜਾ ਰਿਹਾ। ਗੁਰੂ ਪਾਤਸ਼ਾਹ ਜੀ ਨੇ ਧਰਮ ਦਾ ਛੋੜਾ ਜਿੰਨਾ ਵੀ ਸਟਰਕਚਰ ਪਹਿਲਾਂ ਤਿਆਰ ਕੀਤਾ ਹੋਇਆ ਸੀ ਧਰਮ ਦਾ, ਮਜ਼ਹਬ ਦਾ, ਉਹ ਸਾਰਾ ਲਾ ਦਿੱਤਾ। ਜਿਹੜੇ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਮਜ਼ਹਬ ਦੇ ਕਰਮ ਕਾਂਡਾਂ ਤੇ ਉਟੰਕਨ ਕਰ ਰਹੇ ਹਨ, ਦੇਖਿਆ ਜਾਏ ਤੇ ਅੱਜ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਸਾਨੂੰ ਵੀ ਉਹਨਾਂ ਕਰਮ ਕਾਂਡਾਂ ਦਾ ਧਾਰਨੀ ਹੀ ਬਣਾਇਆ ਜਾ ਰਿਹਾ, ਸਾਨੂੰ ਵੀ ਉਸੇ ਰਾਹ ਹੀ ਤੋਰਿਆ ਜਾ ਰਿਹਾ ਜਿਸ ਰਾਹ ਤੋਂ ਗੁਰੂ ਪਾਤਸ਼ਾਹ ਜੀ ਨੇ ਵਰਤਿਆ ਸੀ। ਸੋ ਇਸ ਕਰਕੇ ਇਹ ਗੱਲਾਂ ਬੜੀਆਂ ਖਤਰਨਾਕ ਹਨ ਕਿ ਕਿਸੇ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਕਿਸੇ ਦੇ ਧਰਮ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਜੋ ਕਰਦਾ ਹੈ ਉਹ ਸਹੀ ਹੈ, ਇਹ ਭਰੋਸੇ ਦੀਆਂ ਗੱਲਾਂ ਹਨ, ਇਹ ਭਾਵਨਾ ਦੀ ਗੱਲ ਹੈ, ਵਿਸ਼ਵਾਸ ਦੀ ਗੱਲ ਹੈ। ਇਸ ਤਰ੍ਹਾਂ ਕਹਿ ਕੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਾਹ ਤੇ ਚੱਲਦਿਆਂ ਹੋਇਆਂ ਉਹਨਾਂ ਨੂੰ ਚੈਲੰਜ ਕਰਦੇ ਹਨ, ਪੁਜਾਰੀਆਂ ਦੀ ਸੋਚ ਨੂੰ। ਗੁਰੂ ਨਾਨਕ ਪਾਤਸ਼ਾਹ ਜੀ ਦਾ ਆਧਾਰ ਬਾਣੀ ਜਿਹੜੀ ਹੈ ਉਹਨੂੰ ਲੈ ਕੇ ਉਹਨਾਂ ਨੂੰ ਚੈਲੰਜ ਕਰਦੇ ਹਨ। ਉਹਨਾਂ ਪ੍ਰਚਾਰਕਾਂ ਦੇ ਉੱਤੇ, ਉਹਨਾਂ ਦੇ ਉੱਤੇ ਇਹ ਇਸ ਚੀਜ਼ ਦਾ ਬਲੇਮ ਕਰ ਦਿੱਤਾ ਜਾਂਦਾ ਹੈ ਕਿ ਇਹ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਤੋਂ ਤੋੜਦੇ ਹਨ, ਇਹ ਤੇ ਨਿੰਦਿਆ ਕਰਦੇ ਹਨ। ਇਸ ਤਰ੍ਹਾਂ ਦਾ ਕੁਝ ਕਰਕੇ ਪੇਸ਼ ਕੀਤਾ ਜਾਂਦਾ ਬੜੇ ਵਧੀਆ ਤਰੀਕੇ ਦੇ ਨਾਲ। ਪਰ ਸੱਚ ਜਾਣਿਓ, ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਸਮਝਣਾ ਹੈ ਤੇ ਫਿਰ ਸਾਨੂੰ ਜੋ ਗੁਰਬਾਣੀ ਦੇ ਅਰਥ ਹਨ ਉਹ ਵੀ ਇੱਕ ਜਿਹੜੀ ਪ੍ਰਣਾਲੀ ਚਲੀ ਆ ਰਹੀ ਹੈ ਪੁਰਾਤਨ, ਉਸ ਪ੍ਰਣਾਲੀ ਤੋਂ ਹਟ ਕੇ ਚੱਲਣਾ ਪਏ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਮਿਹਨਤ ਕੀਤੀ, ਉਹਨਾਂ ਦੀ ਮਿਹਨਤ ਦੇ ਬਰਾਬਰ ਅਜੇ ਤੱਕ ਅਸੀਂ ਵੇਖੀਏ ਜਿਹੜੇ ਸਾਡੇ ਉਸ ਤੋਂ ਬਾਅਦ ਵਿਦਵਾਨ ਹੋਏ ਹਨ ਜਾਂ ਵਿਆਖਿਆਕਾਰ ਗੁਰਬਾਣੀ ਦੇ ਜਿਨ੍ਹਾਂ ਨੇ ਅਰਥ ਕੀਤੇ ਹਨ, ਟੀਕਾਕਾਰਾਂ ਦੀ ਜੇ ਗੱਲ ਕਰੀਏ, ਕਿਉਂਕਿ ਆਪਾਂ ਸਿਰਫ ਜਿਸ ਪ੍ਰੋਫੈਸ਼ਨ ਦੇ ਵਿੱਚ, ਜਿਸ ਫੀਲਡ ਦੇ ਵਿੱਚ ਉਹ ਸਨ, ਆਪਾਂ ਉਸੇ ਫੀਲਡ ਵਾਲਿਆਂ ਦੇ ਨਾਲ ਹੀ ਉਹਨਾਂ ਨੂੰ ਕੰਪੇਅਰ ਕਰ ਸਕਦੇ ਹਾਂ। ਕਿਸੇ ਹੋਰ ਦੂਸਰੇ ਫੀਲਡ ਵਿੱਚ ਨਹੀਂ ਅਸੀਂ ਕਹੀਏ ਕਿ ਉਹਨਾਂ ਦੇ ਬਰਾਬਰ ਹੋਰ ਕਿਸੇ ਨੇ ਕੰਮ ਨਹੀਂ ਕੀਤਾ। ਜਾਂ ਮਤਲਬ ਕਹਿਣ ਦਾ ਕਿ ਜੋ ਅਰਥ ਵਿਆਖਿਆ ਦੇ ਫੀਲਡ ਦੇ ਵਿੱਚ ਅਗਰ ਵੇਖਿਆ ਜਾਏ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ, ਪਹਿਲੇ ਵਾਲਿਆਂ ਤੋਂ ਵੀ ਔਰ ਉਸ ਤੋਂ ਬਾਅਦ ਵੀ ਜਿਹੜੇ ਟੀਕਾਕਾਰ ਹੋਏ ਉਹਨਾਂ ਤੋਂ। ਸੋ ਇਸ ਕਰਕੇ ਅਸੀਂ ਉਹਨਾਂ ਦੀ ਉਸ ਮਿਹਨਤ ਨੂੰ ਨਹੀਂ ਨਕਾਰਦੇ, ਪਰ ਕਿਤੇ ਨਾ ਕਿਤੇ ਕਿਉਂਕਿ ਸਮਾਂ ਪਾ ਕੇ ਹੌਲੀ ਹੌਲੀ ਸਹਿਜੇ ਸਹਿਜੇ ਜਿਹੜਾ ਸਾਡੇ ਇਸ ਬਾਡੀ ਦਾ ਜੋ ਕੁਦਰਤ ਦਾ ਜੋ ਨਿਯਮ ਹੈ ਕਿ ਜੋ ਸਾਡੇ ਅੰਦਰ ਦਿਮਾਗ ਹੈ, ਬੁੱਧੀ ਹੈ, ਉਹਦਾ ਵਿਕਾਸ ਸਹਿਜੇ ਸਹਿਜੇ ਹੁੰਦਾ। ਜੋ ਗੱਲਾਂ ਅੱਜ ਸੋਚੀਆਂ ਜਾ ਰਹੀਆਂ ਹਨ, ਜੋ ਗੱਲਾਂ ਅੱਜ ਵਿਚਾਰੀਆਂ ਜਾ ਰਹੀਆਂ ਹਨ, ਅੱਜ ਤੋਂ 10 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਹੋ ਸਕਦਾ ਹੈ ਉਹ ਗੱਲਾਂ ਸੋਚੀਆਂ ਵੀ ਨਾ ਗਈਆਂ, ਉਹਨਾਂ ਦੇ ਬਾਰੇ ਇਮੇਜਿਨ ਵੀ ਨਾ ਕੀਤਾ ਗਿਆ। ਜੋ ਵਰਤਾਰਾ ਸਾਡੇ ਸਾਹਮਣੇ ਅੱਜ ਵਰਤ ਰਿਹਾ ਇਹਦੇ ਬਾਰੇ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ। ਲੇਕਿਨ ਸਮਾਂ ਪਾ ਕੇ ਕਰਦੇ ਅੱਜ ਅਸੀਂ ਹਰ ਫੀਲਡ ਦੇ ਵਿੱਚ ਜਿਹੜਾ ਹੈ ਐਡਵਾਂਸ ਅੱਗੇ ਜਾ ਰਹੇ। ਸੋ ਇਸ ਕਰਕੇ ਅਸੀਂ ਅਗਰ ਅੱਜ ਦੀ ਤਰੀਕ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਅਗਰ ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਜੋ ਹੈ ਆਪਣੇ ਟੀਕੇ ਨੂੰ ਵਿਚਾਰਦੇ ਤੇ ਇਹਦੇ ਵਿੱਚ ਜ਼ਰੂਰ ਸੋਧ ਕਰਦੇ। ਜੋ ਉਹਨਾਂ ਦੀ ਭਾਵਨਾ ਸੀ, ਜੋ ਉਹਨਾਂ ਦੀ ਮਨਸ਼ਾ ਸੀ, ਉਹ ਆਪਣੀ ਸਵੈ ਜੀਵਨੀ ਦੇ ਵਿੱਚ ਲਿਖਦੇ ਹਨ ਕਿ ਜੋ ਮੈਂ ਬੋਲਦਾ ਹੈ ਕੋਈ ਅੰਤਿਮ ਸੱਚ ਨਹੀਂ, ਇਹਦੇ ਵਿੱਚ ਹੋਰ ਸੁਧਾਰ ਕੀਤਾ ਜਾ ਸਕਦਾ। ਸੋ ਇਸ ਕਰਕੇ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਜਿਹੜੇ ਅਰਥ ਹਨ ਉਹਨਾਂ ਨੂੰ ਵੀ ਆਪਾਂ ਨਹੀਂ ਪੂਰੀ ਤਰ੍ਹਾਂ ਨਕਾਰ ਸਕਦੇ, ਔਰ ਅੱਜ ਦੇ ਸੰਦਰਭ ਦੇ ਵਿੱਚ ਹੂਬਹੂ ਉਹਨਾਂ ਦੇ ਸਾਰੇ ਅਰਥਾਂ ਨੂੰ ਲਿਆ ਵੀ ਨਹੀਂ ਜਾ। ਸੋ ਇਸ ਕਰਕੇ ਇੱਥੇ ਹੁਣ ਆਪਾਂ ਇਸੇ ਕਿਉਂਕਿ ਜਿਹੜਾ ਹੈ ਨਾ ਅੱਗੇ ਆਪਾਂ ਜੋ ਵਿਆਖਿਆ ਲਗਾਤਾਰ ਕਰਨੀ ਹੈ, ਕੰਟੀਨਿਊ ਕਰਨੀ। ਅਗਰ ਅੱਜ ਇਹ ਗੱਲਾਂ ਨੂੰ ਆਪਾਂ ਗੱਲ ਸ਼ੇਅਰ ਕਰ ਰਹੇ ਹਾਂ, ਅੱਜ ਵਿਚਾਰ ਰਹੇ ਹਾਂ, ਅਗਰ ਇਹਨਾਂ ਨੂੰ ਅਸੀਂ ਆਪਣੇ ਅੰਦਰ ਟਿਕਾ ਕੇ, ਆਪਣੇ ਇਹਨਾਂ ਗੱਲਾਂ ਨੂੰ ਸਮਝ ਕੇ, ਇਹਨਾਂ ਦਾ ਪੈਰਾਮੀਟਰ ਲਗਾ ਕੇ ਅਗਰ ਅਸੀਂ ਅੱਗੇ ਚੱਲਦੇ ਹਾਂ ਤੇ ਸਾਨੂੰ ਅੱਗੇ ਜਾ ਕੇ ਬਾਣੀ ਨੂੰ, ਸ਼ਲੋਕਾਂ ਨੂੰ ਸਮਝਣਾ ਸੌਖਾ ਹੋ ਜਾਏ। ਕਿਸ ਕੰਟੈਕਸਟ ਦੇ ਵਿੱਚ, ਕਿਸ ਸੰਦਰਭ ਦੇ ਵਿੱਚ ਅਸੀਂ ਜੋ ਹੈ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਸਮਝਣਾ, ਆਪਣੇ ਆਲੇ ਦੁਆਲੇ ਨੂੰ, ਆਪਣੇ ਆਪ ਨੂੰ ਉੱਚਾ ਚੁੱਕਣਾ ਹੈ, ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ, ਸਮਾਜ ਨੂੰ ਕੁਝ ਇਹਦੇ ਤੋਂ ਮਿਲੇ, ਇਸ ਵਿਆਖਿਆ ਤੋਂ ਕੁਝ ਮਿਲੇ। ਕਿਉਂਕਿ ਜੇ ਕੁਝ ਮਿਲਦਾ ਨਹੀਂ ਤੇ ਫਿਰ ਖਿਆਲ ਕਰਨਾ ਉਸ ਹੁਨਰ ਦਾ, ਉਸ ਕਲਾਕਾਰੀ ਦਾ, ਉਸ ਵਿਦਵਤਾ ਦਾ ਕੋਈ ਲਾਭ ਨਹੀਂ
जिस विद्वता जिस कलाकारी करके कुछ सानू प्राप्त ना हो। कहंदे ने ना कि काफ़ी सਮਾं पहला एक राजे ने ये ऐलान किया कि जिहड़ा भी कोई अपनी कलाकारी विखाएगा, कोई अपना हुनर विखाएगा, उस हुनर का उन्होंने इनाम दिता जाएगा। ते एक नौजवान आया राजे दे कोल अपना हुनर, अपनी कला लैके, वो कहंदा कि मैं अखां बंद करके सूई दे विच धागा पा दिआंगा। राजा कहंदा ठीक है, करके विखाओ। राजे दे सामने उस नौजवान ने अपनी कलाकारी का प्रदर्शन किया, अखां बंद करके उन्हें सूई दे विच धागा पा दिता। राजे ने उन्हें इनाम दिता जो कि उन्हें ऐलान किया होया सी, लेकिन उस तो बाद उहदे वट के एक चपेड़ मारी। देखण वाले भी हैरान सन, नौजवान भी हैरान सी कि ये इनाम भी मिलिया ते थप्पड़ भी मिल गया। पुछया कि थप्पड़ क्यों मारिया? राजा कहंदा कि तू कला सूई दे विच अखां बंद करके धागा पाया है, कोई शक नहीं तू इहदे विच मेहनत कीती है। ਇਹਦੇ ਵਿੱਚ ਤੂੰ ਲਗਾਤਾਰ ਕਨਸੈਂਟਰੇਟ ਕਰਕੇ ਧਿਆਨ ਇਕਾਗਰ ਕਰਕੇ ਇਹਦੇ ਤੇ ਤੂੰ ਇਹ ਕਲਾਕਾਰੀ ਨੂੰ ਸਿੱਖਿਆ ਹੈ, ਇਸ ਹੁਨਰ ਨੂੰ ਸਿੱਖਿਆ ਹੈ। ਪਰ ਬੇਵਕੂਫਾ, ਜਦੋਂ ਅੱਖਾਂ ਖੋਲ ਕੇ ਧਾਗਾ ਪਾਇਆ ਜਾ ਸਕਦਾ ਹੈ ਤੇ ਅੱਖਾਂ ਬੰਦ ਕਰਕੇ ਧਾਗਾ ਪਾਉਣ ਦੀ ਕੀ ਲੋੜ ਹੈ ਜਦੋਂ ਪ੍ਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ ਨੇ। ਅਸੀਂ ਇਹਦੇ ਨਾਲ ਇਹਦੇ ਤੋਂ ਕੰਮ ਲੈ ਸਕਦੇ ਹਾਂ। ਇਹੀ ਮਿਹਨਤ, ਇਹੀ ਮਸ਼ੱਕਤ ਤੂੰ ਕੁਝ ਹੋਰ ਚੰਗਾ ਕਰਨ ਵਾਸਤੇ, ਜਿਹਦੇ ਤੋਂ ਕਿਸੇ ਨੂੰ ਕੁਝ ਮਿਲ ਸਕਦਾ, ਜਿਹਦੇ ਤੋਂ ਕਿਸੇ ਨੂੰ ਕੁਝ ਫਾਇਦਾ ਹੁੰਦਾ, ਕਿਸੇ ਨੂੰ ਦੂਜੇ ਨੂੰ ਅਸੀਂ ਕੁਝ ਦੇ ਸਕਦੇ, ਅਗਰ ਉਹ ਹੁਨਰ, ਉਹ ਕਲਾਕਾਰੀ ਸਿੱਖਦਾ ਤੇ ਕਿੰਨਾ ਚੰਗਾ ਹੁੰਦਾ। ਕਿਉਂਕਿ ਇਹਦੇ ਨਾਲ ਕਿਸੇ ਨੂੰ ਕੀ ਫਾਇਦਾ ਹੋ ਜਾਏ, ਇਹਦੇ ਨਾਲ ਕਿਸੇ ਨੂੰ ਕੀ ਮਿਲ ਜਾਏਗਾ। ਜਦੋਂ ਜੇ ਅਗਰ ਅਸੀਂ ਅੱਖਾਂ ਬੰਦ ਕਰਕੇ ਸੂਈ ਵਿੱਚ ਧਾਗਾ ਪਾ ਦਿਆਂਗੇ, ਇਹਦੇ ਵਿੱਚ ਕਿਸੇ ਦਾ ਕੀ ਲਾਭ, ਕਿਸੇ ਦਾ ਕੀ ਫਾਇਦਾ। ਇਸ ਕਰਕੇ ਉਹ ਵਿਦਵਤਾ ਦਾ ਉਸ ਗੁਣ ਦਾ ਜਿਹੜਾ ਹੈ ਕੋਈ ਲਾਭ ਨਹੀਂ, ਜਿਸ ਗੁਣ ਕਰਕੇ, ਜਿਸ ਵਿਦਵਤਾ ਕਰਕੇ, ਜਿਸ ਕਲਾਕਾਰੀ ਕਰਕੇ ਅਸੀਂ ਕਿਸੇ ਦਾ ਕੁਝ ਸਵਾਰ ਨਾ ਸਕੀਏ। ਸੋ ਗੁਰਬਾਣੀ ਦੇ ਅਰਥਾਂ ਨੂੰ ਅਸੀਂ ਇਸ ਭਾਵ ਵਿੱਚ ਲੈਣਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇਹਨੂੰ ਪ੍ਰੈਕਟੀਕਲ ਰੂਪ ਦੇ ਸਕੀਏ ਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਮਿਸਾਲ ਬਣ ਸਕੀਏ। ਸੋ ਆਪਾਂ ਅੱਜ ਵਿਆਖਿਆ ਸ਼ੁਰੂ ਕਰਦੇ ਹਾਂ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਨਾਨਕ ਦਾ ਕੱਕਾ ਮੁਕਤਾ ਹੈ, ਕਿਉਂਕਿ ਜਦੋਂ ਆਮ ਅਸੀਂ ਵੇਖਾਂਗੇ, ਜਦੋਂ ਨੋਰਮਲ ਵੇ ਦੇ ਵਿੱਚ ਗੱਲ ਹੋਵੇਗੀ, ਸਧਾਰਨ ਰੂਪ ਵਿੱਚ ਗੱਲ ਹੋਵੇਗੀ, ਉਸ ਵੇਲੇ ਨਾਨਕ ਦਾ ਕੱਕਾ, ਕਿਉਂਕਿ ਨਾਉ ਨੂੰ ਅਸੀਂ ਵੇਖਦੇ ਹਾਂ ਕਿ ਔਂਕੜ ਲੱਗੀ ਹੁੰਦੀ ਹੈ ਅਖੀਰਲੇ ਲਫ਼ਜ਼ ਨੂੰ। ਇੱਕ ਵਚਨ ਪੁਲਿੰਗ ਨਾਉ ਨਿਸ਼ਾਨੀ ਹੈ ਇਸ ਗੱਲ ਦੀ, ਔਂਕੜ ਜਿਹੜੀ ਹੈ ਕਿ ਇਹ ਇੱਕ ਵਚਨ ਹੈ, ਇਹ ਪੁਲਿੰਗ ਹੈ, ਇਹ ਨਾਉ। ਲੇਕਿਨ ਇੱਥੇ ਸੰਬੋਧਨ ਹੈ, ਸੰਬੋਧਨ ਹੋਣ ਕਰਕੇ ਨਾਨਕ ਦੇ ਕੱਕੇ ਨੂੰ ਔਂਕੜ ਨਹੀਂ ਲੱਗੀ। हे ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਗੁਰੂ ਨੂੰ ਚੇਤਦੇ ਨਹੀਂ। ਗੁਰੂ ਨੂੰ ਚੇਤਨਾ ਕੀ? ਗੁਰੂ ਨੂੰ ਚੇਤਨਾ ਹੈ ਗੁਰੂ ਦੇ ਅਕੋਰਡਿੰਗ, ਗੁਰੂ ਦੇ ਅਨੁਸਾਰੀ ਹੋ ਕੇ, ਗਿਆਨ ਦੇ ਅਨੁਸਾਰੀ ਹੋ ਕੇ ਜੀਵਨ ਜਿਉਣਾ। ਆਪਾਂ ਗੁਰੂ ਦੇ ਉੱਤੇ ਵਿਆਖਿਆ ਕੀਤੀ ਸੀ ਪਿਛਲੇ ਸਮੇਂ ਦੇ ਦੌਰਾਨ ਕਿ ਗੁਰੂ ਜਿਹਦੇ ਤੋਂ ਕੁਝ ਸਿੱਖਣ ਨੂੰ ਮਿਲ ਰਿਹਾ ਹੈ, ਕੁਝ ਚੰਗਾ ਸਿੱਖਣ ਨੂੰ, ਸੱਚਾ ਗਿਆਨ ਮਿਲ ਰਿਹਾ ਹੈ। ਹਰ ਉਹ ਸੱਚਾ ਗਿਆਨ ਸਾਡਾ ਗੁਰੂ ਹੈ, ਚਾਹੇ ਉਹ ਕਿਸੇ ਤੋਂ ਮਿਲੇ। ਦੇਣ ਵਾਲਾ ਕੋਈ ਹੋਵੇ, ਕੋਈ ਗ੍ਰੰਥ, ਕੋਈ ਪੰਜ ਭੂਤਕ ਦੇ, ਕੋਈ ਕੁਦਰਤ ਦੇ ਵਿੱਚ ਪਸ਼ੂ ਪੰਛੀ, ਕੋਈ ਪਹਾੜ, ਕੁਝ ਵੀ ਹੋਵੇ। ਕਿਉਂਕਿ ਗੁਰੂ ਪਾਤਸ਼ਾਹ ਜੀ ਦੀਆਂ ਜਦੋਂ ਬਾਣੀ ਵਿੱਚੋਂ ਐਗਜ਼ਾਮਪਲ ਵੇਖਦੇ ਹਾਂ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ ਜਹ ਬਿਦ ਜਲ ਕੋ ਬੀਨ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕਰਦਿਆਂ ਨੂੰ ਕਿ ਉਸ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ, ਤੂੰ ਆਪਣੇ ਜਨਮ ਨੂੰ ਵਿਅਰਥ ਗਵਾ ਦਿੱਤਾ। ਨਾਨਕ ਆਖਦਾ ਹੈ, ਹੇ ਮੇਰੇ ਮਨ ਤੂੰ ਵੀ ਇਸ ਤਰ੍ਹਾਂ ਹਰੀ ਨੂੰ ਭੱਜ, ਇਸ ਤਰ੍ਹਾਂ ਹਰੀ ਨੂੰ ਸਿਮਰ ਜਿਵੇਂ ਮੱਛੀ ਪਾਣੀ ਨੂੰ ਸਿਮਰਦੀ। ਮੱਛੀ ਦੀ ਉਦਾਹਰਨ ਦੇ ਦਿੱਤੀ। ਹੁਣ ਮੱਛੀ ਦਾ ਪਾਣੀ ਨੂੰ ਸਿਮਰਨਾ ਕੀ ਹੈ? ਮੱਛੀ ਦੇ ਮੂੰਹ ਤੋਂ ਕਦੀ ਕਿਸੇ ਨੇ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਦੋ ਲਫ਼ਜ਼ਾਂ ਦਾ, ਜਾਂ ਹਰੀ ਹਰੀ, ਜਾਂ ਰਾਮ ਰਾਮ, ਜਾਂ ਵਾਹਿਗੁਰੂ ਵਾਹਿਗੁਰੂ, ਇਸ ਨੂੰ ਰਿਪੀਟ ਨੂੰ ਅਸੀਂ ਸਿਮਰਨ ਦਾ ਨਾਮ ਦੇ ਦਿੰਦੇ ਹਾਂ। ਕਦੀ ਮੱਛੀ ਦੇ ਮੂੰਹੋਂ ਕਿਸੇ ਨੇ ਪਾਣੀ 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 ਨਹੀਂ ਸੁਣਿਆ। ਫਿਰ ਉਹਦਾ ਸਿਮਰਨਾ ਕੀ? ਉਹਦਾ ਸਿਮਰਨਾ ਇਹ ਹੈ ਕਿ ਮੱਛੀ ਦਾ ਪਾਣੀ ਦੇ ਵਿੱਚ ਜੀਵਨ ਸੰਭਵ ਹੈ। ਪਾਣੀ ਤੋਂ ਬਿਨਾਂ ਉਹ ਮੱਛੀ ਜੀ ਨਹੀਂ ਸਕਦੀ। ਜੇ ਉਹਨੇ ਆਪਣੇ ਜੀਵਨ ਦੇ ਵਿੱਚ ਸਰਵਾਈਵ ਕਰਨਾ ਹੈ ਤੇ ਉਹਨੇ ਜਿੰਦਾ ਰਹਿਣਾ ਹੈ ਤੇ ਉਹਨੂੰ
ਪਾਣੀ ਦੇ ਵਿੱਚ ਹੀ ਰਹਿਣਾ ਪਏਗਾ, ਪਾਣੀ ਤੋਂ ਬਾਹਰ ਕੱਢਦਿਆਂ ਹੀ ਉਹ ਤੜਫ ਤੜਫ ਮਰ ਜਾਏਗੀ। ਇਸ ਗੁਣ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿ ਜੇ ਤੂੰ ਵੀ ਇਸ ਕੁਦਰਤ ਦੇ ਅੰਦਰ ਆਪਣੇ ਜੀਵਨ ਦੇ ਫਰਜ਼ਾਂ ਨੂੰ ਪਛਾਣਦਿਆਂ ਹੋਇਆ ਆਪਣੇ ਆਪ ਤੇ ਕੌਨਫੀਡੈਂਸ ਰੱਖ ਕੇ, ਆਪਣੇ ਆਪ ਤੇ ਭਰੋਸਾ ਰੱਖ ਕੇ, ਸਹੀ ਚੰਗੀਆਂ ਗੱਲਾਂ ਨੂੰ ਸਿੱਖ ਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਜ਼ਿੰਦਗੀ ਜਿਉਂਦਾ ਹੈ, ਤੇ ਫਿਰ ਤੂੰ ਵੀ ਉਸ ਮੱਛੀ ਵਾਲੇ ਗੁਣ ਨੂੰ ਲੈ ਲਿਆ, ਭਾਵ ਉਹ ਸਿਮਰਨ ਕਰ ਰਿਹਾ। ਇਸੇ ਤਰ੍ਹਾਂ ਹੋਰ ਗੁਰਬਾਣੀ ਵਿੱਚ ਉਦਾਹਰਨਾਂ ਮਿਲ ਜਾਂਦੀਆਂ ਕਿ ਜਿਵੇਂ ਇੱਕ ਪੱਤਾ ਦਰਖਤ ਦੇ ਉੱਤੋਂ ਡਿੱਗਦਾ ਹੈ, ਉਹ ਦੁਬਾਰਾ ਵਾਪਸ ਉਹਦੇ ਨਾਲ ਲੱਗ ਨਹੀਂ ਸਕਦਾ, ਜੁੜ ਨਹੀਂ ਸਕਦਾ। ਯਾਦ ਰੱਖੀ, ਇਹ ਮਨੁੱਖਾ ਜੀਵਨ ਉਸ ਦਰਖਤ ਨਾਲ ਟੁੱਟੇ ਹੋਏ ਪੱਤੇ ਵਾਂਗ ਇੱਕ ਵਾਰੀ ਹੱਥੋਂ ਨਿਕਲ ਗਿਆ, ਇਹ ਸਮਾਂ ਨਿਕਲ ਗਿਆ, ਮੁੜ ਕੇ ਵਾਪਸ ਨਹੀਂ। ਸੋ ਇਸ ਤਰ੍ਹਾਂ ਦੀਆਂ ਸੈਂਕੜੇ, ਸਾਨੂੰ ਹਜ਼ਾਰਾਂ ਐਗਜ਼ਾਮਪਲ ਗੁਰੂ ਪਾਤਸ਼ਾਹ ਜੀ ਦੇ ਵਿੱਚੋਂ, ਬਾਣੀ ਵਿੱਚੋਂ ਉਦਾਹਰਨਾਂ ਮਿਲ ਜਾਂਦੀਆਂ ਹਨ। ਸੋ ਗੱਲ ਹੈ ਸਿੱਖਣ ਦੀ। ਕੁਝ ਮਨੁੱਖ ਐਸੇ ਨੇ ਜੋ ਸਿੱਖਦੇ ਨਹੀਂ, ਲੇਕਿਨ ਬਿਨਾਂ ਸਿੱਖੇ ਹੀ, ਬਿਨਾਂ ਕਿਸੇ ਦੇ ਕੋਲੋਂ ਟ੍ਰੇਨਿੰਗ ਲਿਆ ਹੀ ਉਹ ਹੰਕਾਰੀ ਹੋ ਜਾਂਦੇ, ਜਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਮੈਨੂੰ ਸਭ ਪਤਾ, ਮੈਂ ਸਭ ਜਾਣਦਾ। ਜਦੋਂ ਇਹ ਗੱਲ ਕਿਸੇ ਦੇ ਮੂੰਹੋਂ ਵੀ ਨਿਕਲ ਗਈ, ਸਮਝ ਲਓ ਉਹਦੇ ਵਿਕਾਸ ਦਾ ਰਾਹ ਬੰਦ ਹੋ ਗਿਆ। ਉਹ ਇਨਸਾਨ, ਉਹ ਮਨੁੱਖ ਆਪਣੀ ਜ਼ਿੰਦਗੀ 'ਚ ਕਦੇ ਵਿਕਾਸ ਕਰ ਹੀ ਨਹੀਂ ਸਕਦਾ। ਜਿਸ ਦੇ ਮੂੰਹੋਂ ਇਹ ਗੱਲ ਨਿਕਲ ਗਈ ਕਿ ਮੈਂ ਸਭ ਕੁਝ ਜਾਣਦਾ, ਮੈਨੂੰ ਸਭ ਪਤਾ, ਉਹ ਬੰਦਾ ਕਦੀ ਅੱਗੇ ਨਹੀਂ ਵਧ ਸਕਦਾ। ਅੱਗੇ ਬੰਦਾ ਹਮੇਸ਼ਾ ਉਹੀ ਵਧੇਗਾ, ਉਹੀ ਸਿੱਖੇਗਾ, ਉਹੀ ਕੁਝ ਪ੍ਰਾਪਤ ਕਰੇਗਾ ਜਿਹੜਾ ਇਨਸਾਨ ਕੁਝ ਸਿੱਖਣ ਦੀ ਭਾਵਨਾ ਰੱਖਦਾ, ਹਰ ਵੇਲੇ ਸਿੱਖਣ ਦੀ, ਔਰ ਕਿਸੇ ਕੋਲੋਂ ਵੀ ਸਿੱਖਣ ਦੀ। ਜਿਸ ਦੀ ਭਾਵਨਾ ਇਹ ਨਹੀਂ ਕਿ ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗ ਮਾਤ, ਆਪਣੇ ਆਪ ਨੂੰ ਵੱਡਾ ਸਮਝਦੇ ਹਨ ਤੇ ਦੂਸਰੇ ਨੂੰ ਲਗ ਮਾਤ, ਬੜਾ ਛੋਟਾ ਹੀ ਸਮਝਦੇ। ਐਸੇ ਇਨਸਾਨ ਕਦੀ ਵਿਕਾਸ ਨਹੀਂ ਕਰ ਸਕਦੇ। ਇਸੇ ਕਰਕੇ ਉਹਨਾਂ ਦੀ ਜਿਹੜੀ ਸੋਚ ਹੈ ਛੋਟੀ ਰਹਿ ਜਾਂਦੀ ਹੈ, ਦਾਇਰਾ ਜਿਹੜਾ ਸੋਚਣ ਦਾ ਹੈ ਉਹ ਫੈਲਦਾ ਨਹੀਂ, ਉਹਦੇ ਵਿੱਚ ਵਿਸਥਾਰ ਨਹੀਂ ਕਰ ਸਕਦੇ। ਹਰ ਵੇਲੇ ਨਕਾਰਨ ਤੋਂ ਬਿਨਾਂ, ਨੈਗੇਟਿਵਿਟੀ ਤੋਂ ਬਿਨਾਂ ਉਹਨਾਂ ਦਾ ਕੋਈ ਕੁਝ ਨਹੀਂ। ਇਸ ਕਰਕੇ ਉਹਨਾਂ ਨੂੰ ਕੁਝ ਵੀ ਇੱਥੇ ਸੋਹਣਾ ਨਹੀਂ ਲੱਗਦਾ, ਕੁਝ ਵੀ ਚੰਗਾ ਨਹੀਂ ਲੱਗਦਾ, ਖਿਜੇ ਰਹਿੰਦੇ ਹਨ, ਆਪਣੇ ਆਪ ਤੋਂ ਦੁਖੀ ਰਹਿੰਦੇ ਹਨ। ਪਰ ਜਿਹੜੇ ਇਨਸਾਨ ਕੁਝ ਸਿੱਖਣ ਦੀ ਭਾਵਨਾ ਰੱਖਦੇ ਹਨ, ਉਹ ਕੁਦਰਤ ਦੇ ਵਿੱਚੋਂ, ਉਸ ਕੁਦਰਤ ਦੇ ਜਿਹੜੇ ਨਜ਼ਾਰੇ ਨੇ, ਜਿਹੜੇ ਕੁਦਰਤ ਦੇ ਸਾਹਮਣੇ ਸਾਡੇ ਪ੍ਰਤੱਖ ਰੂਪ ਦੇ ਵਿੱਚ, ਜਿਹੜੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਸਾਡੇ ਸਾਹਮਣੇ ਇੱਕ ਬੀਜ ਤੋਂ ਦਰਖਤ ਦਾ ਬਣਨਾ, ਦਰਖਤ ਤੋਂ ਫਿਰ ਉਹਦਾ ਸੁੱਕ ਕੇ ਫਿਰ ਬੀਜ ਬਣਨਾ, ਐਸੀਆਂ ਕਰਾਮਾਤਾਂ ਜਿਹੜੀਆਂ ਕੁਦਰਤ ਵਿੱਚ ਆਪਣੇ ਆਪ ਹੋ ਰਹੀਆਂ, ਕੋਈ ਇਹਨਾਂ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦਾ ਹੈ, ਖਿੜੇ ਵਿੱਚ ਰਹਿੰਦਾ ਹੈ, ਹਰ ਵੇਲੇ ਕੁਝ ਸਿੱਖਣ ਦਾ ਉਹਦਾ ਮਨ ਜਿਹੜਾ ਹੈ ਕਰਦਾ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਕਿ ਐਸੇ ਮਨੁੱਖ ਜਿਹੜੇ ਗੁਰੂ ਨੂੰ ਨਹੀਂ ਚੇਤਦੇ, ਭਾਵ ਕਿਸੇ ਨੂੰ ਗੁਰੂ ਧਾਰਨ ਨਹੀਂ ਕਰਦੇ, ਲੇਕਿਨ ਮਨ ਆਪਣੇ ਸੁਚੇਤ, ਆਪਣੇ ਮਨ ਵਿੱਚ ਬੜੇ ਸਿਆਣੇ ਬਣਦੇ ਹਨ, ਬੜੇ ਚਤਰ ਬਣੇ ਹੋਏ ਹਨ ਕਿ ਅਸੀਂ ਬੜੇ ਸਿਆਣੇ ਹਾਂ, ਅਸੀਂ ਬੜੇ ਚਤੁਰ ਹਾਂ। ਗੁਰੂ ਪਾਤਸ਼ਾਹ ਜੀ ਕਹਿੰਦੇ, ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਇਹ ਨਾਨਕ, ਉਹ ਮਨੁੱਖ ਅਸਲੀ ਗਧੇ ਹਨ ਜਿਹੜੇ ਬਿਨਾਂ ਗੁਣ ਤੋਂ ਹੀ ਗਰਭ ਕਰਦੇ, ਬਿਨਾਂ ਗੁਣ ਤੋਂ ਹੰਕਾਰ ਕਰਦੇ। ਐਸੇ ਮਨੁੱਖਾਂ ਨੂੰ ਗੁਰੂ ਪਾਤਸ਼ਾਹ ਨੇ ਗਧੇ ਕਿਹਾ, ਕਿਉਂਕਿ ਗਧਾ ਸਾਰੀ ਜ਼ਿੰਦਗੀ ਸਿਰਫ ਭਾਰ ਢੋਣ ਵਾਸਤੇ ਉਹਨੂੰ ਲਿਆ ਜਾਂਦਾ, ਵਰਤਿਆ ਜਾਂਦਾ। ਉਹ ਕਦੀ ਵੀ ਰੇਸ ਦਾ ਘੋੜਾ ਨਹੀਂ ਬਣ ਸਕਦਾ, ਉਹ ਕਦੀ ਵੀ ਹੋਰ ਕੋਈ ਹੁਨਰ, ਕੋਈ ਗੁਣ ਨਹੀਂ ਪ੍ਰਾਪਤ ਕਰ ਸਕਦਾ। ਉਹਦੇ ਕੋਲੋਂ ਸਿਰਫ ਇੱਕੋ ਕੰਮ ਲਿਆ ਜਾ ਸਕਦਾ, ਭਾਰ ਢੋਣ। ਗੁਰੂ ਪਾਤਸ਼ਾਹ ਕਹਿੰਦੇ ਉਹ ਮਨੁੱਖ ਵੀ ਜਿਹੜੇ ਹਨ ਸਾਰੀ ਜ਼ਿੰਦਗੀ ਭਾਰ ਹੀ ਢੋਂਦੇ ਰਹਿੰਦੇ ਹਨ। ਕਿਸ ਗੱਲ ਦਾ? ਆਪਣੇ ਹੰਕਾਰ ਦਾ, ਆਪਣੇ ਅਵਗੁਣਾਂ ਦਾ, ਆਪਣੀਆਂ ਬੁਰਾਈਆਂ ਦਾ, ਆਪਣੇ ਐਬ ਦਾ ਭਾਰ ਹੀ ਢੋਂਦੇ ਰਹਿੰਦੇ ਹਨ, ਗਧਿਆਂ ਦੀ ਤਰ੍ਹਾਂ, ਜਿਹੜੇ ਇਨਸਾਨ ਕੁਝ ਸਿੱਖਦੇ ਨੇ। ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਇੱਥੇ ਵੀ ਸਮਝਾਉਣਾ ਕਰਦੇ ਹਨ ਕਿ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ। ਪਾਤਸ਼ਾਹ ਕਹਿੰਦੇ ਇਹਨਾਂ ਦੀ ਇੱਥੇ ਉਦਾਹਰਨ ਦਿੱਤੀ ਗੁਰੂ ਸਾਹਿਬ, ਕਹਿੰਦੇ ਇੱਥੇ ਉਹਨਾਂ ਦੀ ਹਾਲਤ ਪਤਾ ਕਿਸ ਤਰ੍ਹਾਂ ਦੀ ਹੈ? ਛੁੱਟੇ ਤਿਲ ਬੁਆੜ ਜਿਉਂ, ਸੁਈਏ ਅੰਦਰ ਖੇਤ। ਕਹਿੰਦੇ ਜਿਵੇਂ ਜ਼ਿਮੀਦਾਰ ਤਿਲਾਂ ਦੀ ਫਸਲ ਬੀਜਦਾ, ਜਦੋਂ
ਉਹ ਵੱਡੀ ਹੁੰਦੀ ਹੈ, ਪੱਕ ਜਾਂਦੀ ਹੈ, ਉਹਦੇ ਵਿੱਚ ਫਲੀਆਂ ਦੇ ਵਿੱਚ ਬੀਜ ਭਰ ਜਾਂਦਾ ਹੈ, ਤਿਲਾਂ ਦੇ ਤਿਲ ਆ ਭਰ ਜਾਂਦੇ ਹਨ ਵਿੱਚ ਫਲੀਆਂ ਦੇ, ਉਸ ਵੇਲੇ ਉਹਨੂੰ ਕੱਟਦਾ ਹੈ। ਪਰ ਯਾਦ ਰੱਖਣਾ, ਕਹਿੰਦੇ ਉਹ ਉਸੇ ਨੂੰ ਹੀ ਕੱਟਦਾ ਹੈ ਜਿਹਦੇ ਵਿੱਚ ਪ੍ਰੋਪਰ ਫਲੀ ਦੇ ਵਿੱਚ ਫਲ ਭਰਿਆ ਹੋਇਆ, ਬੀਜ ਭਰੇ ਹੋਏ ਆ, ਤਿਲ ਭਰੇ ਹੋਏ ਆ, ਜਿਨ੍ਹਾਂ ਦੇ ਵਿੱਚ ਬੱਦਲਾਂ ਦੇ ਕਰਕੇ, ਬੇਮੌਸਮੀ ਬਰਸਾਤ ਦੇ ਕਰਕੇ ਕਈ ਵਾਰੀ ਕੀ ਹੁੰਦਾ ਹੈ ਕਿ ਫਲੀਆਂ ਬਣਦੀਆਂ ਨੇ ਪਰ ਵਿੱਚ ਉਹਨਾਂ ਦੇ ਸਵਾਹ ਰਹਿ ਜਾਂਦੇ, ਭਾਵ ਬੀਜ ਨਹੀਂ ਬਣਦਾ, ਉੱਪਰੋਂ ਫਲੀਆਂ ਬਣੀਆਂ ਹੁੰਦੀਆਂ ਹਨ, ਬੜੀਆਂ ਸੋਹਣੀਆਂ, ਐਂ ਲੱਗਦਾ ਵੀ ਜਿਵੇਂ ਫਲੀ। ਪਰ ਜ਼ਿਮੀਂਦਾਰ ਦਾ ਤਜਰਬਾ ਇੰਨਾ ਹੁੰਦਾ, ਉਹਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਬੀਜ ਹੈ ਕਿ, ਉਹ ਕੀ ਕਰਦਾ, ਜਿਹੜਾ ਬੀਜ ਵਾਲਾ ਹੁੰਦਾ ਹੈ ਉਹ ਸਾਰੀ ਖੇਤ ਦੇ ਵਿੱਚ ਉਹਨੂੰ ਕੱਟ ਲੈਂਦਾ ਫਸਲ, ਭਾਵ ਉਹਦਾ ਖਸਮ ਇੱਕੋ ਹੀ ਹੈ, ਖੇਤ ਦਾ ਮਾਲਕ ਜਿਹੜਾ ਇੱਕੋ ਇੱਕ ਮਾਲਕ ਖੇਤ ਦਾ, ਉਸ ਫਸਲ ਦਾ ਜਿਹਦੇ ਵਿੱਚ ਬੀਜ ਬਣੇ ਹੋਏ ਹਨ, ਉਹਦਾ ਮਾਲਕ ਇੱਕੋ ਹੀ ਹੈ। ਪਰ ਕਹਿੰਦੇ ਛੁੱਟੇ ਤਿਲ ਗੁਆੜ, ਜਿਉਂ ਗੁਆੜ, ਉਹ ਗੁਆੜ ਤਿਲਾਂ ਵਾਂਗ ਜਿਹੜੇ ਖੋਖਲੇ ਹੁੰਦੇ ਹਨ, ਥੋਥੇ, ਜਿਨ੍ਹਾਂ ਨੂੰ ਕਿਸਾਨ ਜ਼ਿਮੀਂਦਾਰ ਛੱਡ ਦਿੰਦਾ ਹੈ, ਕਹਿੰਦੇ ਸੁੰਝੇ ਅੰਦਰ ਖੇਤ, ਜਿਵੇਂ ਖੇਤ ਦੇ ਵਿੱਚ ਸੁੰਨੇ ਪਏ ਰਹਿੰਦੇ ਹਨ ਨਾ, ਮਾਲਕ ਉਹਨਾਂ ਨੂੰ ਲੈ ਕੇ ਨਹੀਂ ਜਾਂਦਾ, ਉੱਥੇ ਛੱਡ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਉਹ ਇਨਸਾਨਾਂ ਦਾ ਜੀਵਨ, ਉਹ ਅੰਦਰੋਂ ਖਾਲੀ ਹਨ, ਬਾਹਰੋਂ ਬੜੇ ਸੋਹਣੇ ਲੱਗਦੇ ਹਨ। ਕਹਿੰਦੇ ਨਾ ਫਰੀਦ ਜੀ ਦਾ ਸ਼ਲੋਕ ਹੁੰਦਾ ਹੈ, ਕੰਨ ਮਸੱਲਾ ਸੂਫ ਗਲ, ਕਿ ਮੋਢੇ ਉੱਤੇ ਮਸੱਲਾ ਵੀ ਧਰਿਆ ਹੈ, ਉਹ ਕੱਪੜਾ ਜਿਹਦੇ ਉੱਤੇ ਬੈਠ ਕੇ ਮੁਸਲਮਾਨ ਨਮਾਜ਼ ਅਦਾ ਕਰਦੇ ਹਨ, ਤਾਂ ਕਿ ਪਤਾ ਲੱਗੇ ਕਿ ਇਹ ਬੰਦਾ, ਉਹ ਮਸੱਲੇ ਤੋਂ ਇਹ ਗੱਲ ਪ੍ਰਤੀਤ ਹੋ ਜਾਏ ਕਿ ਬੰਦਾ ਪੰਜ ਨਮਾਜ਼ੀ, ਭਾਵ ਉਹਨਾਂ ਦੇ ਮੁਸਲਮਾਨਾਂ ਦੇ ਅਕੀਦੇ ਦੇ ਮੁਤਾਬਕ ਦਿਨ ਵਿੱਚ 5 ਵਾਰ ਨਮਾਜ਼ ਪੜ੍ਹਦੇ ਹੋ, ਤੇ ਜਿਹੜਾ 5 ਵਾਰ ਨਮਾਜ਼ ਪੜ੍ਹਦਾ ਹੈ, ਉਹਨਾਂ ਦੇ ਅਕੀਦੇ ਦੇ ਮੁਤਾਬਕ ਉਹ ਬੜਾ ਵੱਡਾ ਧਰਮੀ ਮੰਨਿਆ ਜਾਂਦਾ। ਬਸ ਫਰੀਦ ਜੀ ਦੀ ਉਦਾਹਰਨ ਦਿੰਦੇ ਨੇ, ਕਹਿੰਦੇ ਕਈ ਐਸੇ ਨੇ ਜਿਹੜੇ ਨਮਾਜ਼ੀ ਨਹੀਂ ਨੇ ਪਰ ਮੋਢੇ ਤੇ ਮੁਸੱਲਾ ਧਰਿਆ ਹੈ, ਕੰਨ ਮੁਸੱਲਾ ਸੂਫ ਗਲ, ਤੇ ਗਲ ਦੇ ਵਿੱਚ ਜਿਹੜਾ ਉਹ ਕੱਪੜਾ ਪਹਿਰਾਵਾ ਇੱਕ ਖਾਸ ਤਰ੍ਹਾਂ ਦਾ ਸੂਫ ਪਾਉਂਦੇ ਹਨ, ਜਿਹਦੇ ਤੋਂ ਉਹ ਇਨਸਾਨ ਧਰਮੀ ਲੱਗੇ, ਉਹ ਫਕੀਰ ਲੱਗੇ, ਕਹਿੰਦੇ ਉਹ ਵੀ ਪਾ ਲੈਂਦੇ ਆ। ਤੇ ਗੁੜਵਾਤ, ਤੇ ਜਿਹੜਾ ਮੂੰਹ ਹੈ ਉਹ ਦਿਲ ਕਾਤੀ, ਗੁੜਵਾਤ, ਜਿਹੜਾ ਮਨ ਹੈ ਉਹ ਅੰਦਰੋਂ ਕੈਂਚੀ ਦੇ ਵਾਂਗ ਹੈ, ਭਾਵ ਜਿਹੜੀ ਕੈਂਚੀ ਕੱਟਣ ਦਾ ਹੀ ਕੰਮ ਕਰਦੀ, ਉਹ ਜੋੜਨ, ਕੈਂਚੀ ਕਦੀ ਜੋੜਦੀ ਨਹੀਂ, ਹਮੇਸ਼ਾ ਕੱਟਦੀ ਹੈ। ਇਸੇ ਤਰ੍ਹਾਂ ਉਹ ਮਨੁੱਖ ਤੋੜਦੇ ਹੀ ਨੇ ਦੂਜਿਆਂ ਨੂੰ, ਜੋੜਦਾ ਨਹੀਂ ਕੋਈ ਆਪਸ ਦੇ ਵਿੱਚ, ਭਾਈਚਾਰਾ, ਉਹ ਬ੍ਰਦਰਹੁੱਡ ਜੋ ਚਾਹੀਦਾ ਸਾਡੇ ਸਮਾਜ ਵਿੱਚ, ਭਾਈਚਾਰਾ, ਉਹ ਸਾਂਝ ਬ੍ਰਦਰਹੁੱਡ ਦੀ, ਉਹ ਕੰਮ ਨਹੀਂ ਕਰਦੇ, ਉਹ ਤੋੜਨ ਦਾ ਕੰਮ ਕਰਦੇ। ਇਹਦੇ ਦਿਲ ਕਾਤੀ ਗੁੜਵਾਤ, ਮੂੰਹ ਤੋਂ ਬੜੇ ਮਿੱਠੇ, ਗੁੜ ਦੇ ਵਾਂਗ ਮਿੱਠੇ, ਅੰਦਰੋਂ ਕੈਂਚੀ, ਮੂੰਹ ਗੁੜ ਵਾਂਗ ਮਿੱਠੇ। ਕਹਿੰਦੇ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ, ਬਾਹਰ ਬੜਾ ਸੋਹਣਾ ਵੇਖਣ ਨੂੰ ਚਾਨਣਾ ਲੱਗਦਾ ਹੈ, ਬੜਾ ਸਾਫ ਸੁਥਰਾ ਧਰਮੀ ਲੱਗਦਾ ਹੈ, ਪਰ ਅਸਲ ਵਿੱਚ ਅੰਦਰੋਂ ਹਨੇਰੀ ਰਾਤ ਦੇ ਵਾਂਗ ਕਾਲਾ ਹੀ ਹੁੰਦਾ। ਜਿਸ ਕਰਕੇ ਕਹਿੰਦੇ ਗੁਰੂ ਪਾਤਸ਼ਾਹ ਵੀ ਇੱਥੇ, ਗੁਰੂ ਨਾਨਕ ਪਾਤਸ਼ਾਹ ਵੀ ਸਮਝਾਉਣਾ ਕਰ ਰਹੇ ਹਨ ਕਿ ਉਹ ਧਰਮੀ ਲੋਕ ਜਿਹੜੇ ਬਾਹਰੋਂ ਅਸਲ ਵਿੱਚ ਸੱਚੇ ਗਿਆਨ ਦਾ, ਕਦੀ ਵੀ ਸੱਚੇ ਗੁਰੂ ਦਾ ਉਹਨਾਂ ਨੇ ਪੱਲਾ ਨਹੀਂ ਫੜਿਆ, ਆਪਣੇ ਜੀਵਨ ਵਿੱਚ ਉਹਨਾਂ ਦੇ ਉਪਦੇਸ਼ ਨਹੀਂ ਧਾਰਨ ਕੀਤੇ, ਪਰ ਸਿਆਣੇ ਬੜੇ ਬਣਦੇ, ਸਮਝਦਾਰ ਬੜੇ ਬਣਨ ਦੀ ਕੋਸ਼ਿਸ਼ ਕਰਦੇ ਹਨ ਬਾਹਰੋਂ। ਤੇ ਪਾਤਸ਼ਾਹ ਕਹਿੰਦੇ ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੌ ਨਾ, ਕਿ ਜਿਵੇਂ ਉਹ ਖੇਤ ਵਿੱਚ ਫਿਰ ਜਿਹਨਾਂ ਨੂੰ ਜ਼ਿਮੀਂਦਾਰ ਛੱਡ ਜਾਂਦਾ ਹੈ ਨਾ, ਬਾਅਦ ਵਿੱਚ ਪਿੰਡਾਂ ਦੇ ਵਿੱਚੋਂ ਤੁਸੀਂ ਵੇਖਿਆ ਹੋਵੇਗਾ, ਜਿਹੜੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਮਜਬੂਰ ਲੋਕ, ਜਿਹੜੇ ਦੂਜਿਆਂ, ਜਿਨ੍ਹਾਂ ਦੇ ਕੋਲ ਆਪਣੇ ਕੋਲ ਇੰਨੇ ਸਾਧਨ ਜਾਂ ਆਪਣਾ ਖੇਤ ਜਾਂ ਆਪਣੀ ਫਸਲ ਨਹੀਂ ਹੁੰਦੀ, ਉਹ ਦੂਜੇ ਦੀ ਫਸਲ ਦੂਜੇ ਦੇ ਖੇਤਾਂ ਦੇ ਵਿੱਚੋਂ ਚੁੱਕ ਕੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਉਣਾ, ਜਾਂ ਆਪਣੇ ਘਰਾਂ ਦੇ ਵਾਸਤੇ ਬਾਲਣ ਲੈ ਕੇ ਆਉਣਾ, ਉਹ ਜਿਹੜੇ ਹੋਰ 100 ਸੈਂਕੜੇ ਐਸੇ ਲੋਕ ਜਿਹੜੇ ਆ ਕੇ, ਭਾਵ ਉਹਨਾਂ ਦੇ ਸੈਂਕੜੇ ਖਸਮ ਬਣ ਜਾਂਦੇ, 100 ਤੋਂ ਭਾਵ 100, 100, ਕਹਿੰਦੇ ਉਹਨਾਂ ਦੇ 100 ਖਸਮ ਬਣ ਜਾਂਦੇ, ਨਾ ਕਹੀਏ ਖਸਮ, ਮਾਲਕ। ਕਹਿੰਦੇ ਉਹਨਾਂ ਦੇ ਫਿਰ ਇੱਕ ਮਾਲਕ ਨਹੀਂ ਹੁੰਦਾ, ਉਹਨਾਂ ਦੇ 100 ਖਸਮ ਹੁੰਦੇ ਹਨ। ਇਸੇ ਤਰ੍ਹਾਂ ਜਿਹੜੇ ਇਨਸਾਨਾਂ ਨੂੰ ਗਿਆਨ ਨਹੀਂ, ਸਮਝ ਨਹੀਂ, ਉਹਨਾਂ ਨੂੰ ਕੋਈ ਵੀ ਇਧਰੋਂ ਉਧਰੋਂ ਆ ਕੇ ਗੱਲੀ ਬਾਤੀ ਲਾ ਕੇ ਆਪਣੇ ਪਿੱਛੇ ਲਗਾ ਲੈਂਦਾ, ਆਪਣੀ ਦੇਹ ਦਾ ਪੁਜਾਰੀ ਬਣਾ ਲੈਂਦਾ, ਭਾਵ ਉਹਨੂੰ ਆਪਣਾ ਸ਼ਰਧਾਲੂ ਬਣਾ ਲੈਂਦਾ, ਆਪਣਾ ਚੇਲਾ। ਕੋਈ ਆ ਕੇ 2-4 ਗੱਲਾਂ ਸੁਣਾ ਕੇ ਉਹਨੂੰ ਭਰਮਤ ਕਰ ਲੈਂਦਾ, ਕਿਉਂਕਿ ਸਮਝ ਹੈ ਨਹੀਂ, ਅੰਡਰਸਟੈਂਡਿੰਗ ਹੈ ਨਹੀਂ ਅੰਦਰ, ਇਹ ਨਹੀਂ ਪਤਾ ਲੱਗਦਾ ਕਿ ਸੱਚ ਕੀ ਹੈ, ਝੂਠ ਕੀ ਹੈ। ਕੋਈ ਵੀ ਆ ਕੇ ਝੂਠੀਆਂ ਸੱਚੀਆਂ 2-4 ਗੱਲਾਂ ਸੁਣਾ ਕੇ ਬਾਹਰੋਂ ਜਿਹੜਾ ਸਿਰਫ ਤੇ ਸਿਰਫ ਆਪਣੀ ਦੇਹ ਦੀ ਪੂਜਾ ਕਰਾਉਣਾ ਚਾਹੁੰਦਾ ਹੈ, ਐਸਾ ਇਨਸਾਨ ਕੋਈ ਵੀ ਆ ਕੇ
ਉਹਦੇ ਕੋਲੋਂ ਆਪਣੀ ਪੂਜਾ ਕਰਵਾ ਲੈਂਦਾ ਹੈ, ਉਹਦਾ ਮਾਲ ਸਮਾਨ, ਉਹਦਾ ਪੈਸਾ, ਉਹਦੀ ਪ੍ਰੋਪਰਟੀ ਸੰਪत्ति ਇੱਜ਼ਤ ਧਨ ਮਾਲ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਐਸੇ ਇਨਸਾਨ। ਤੇ ਸਾਡੇ ਸਾਹਮਣੇ ਐਸੇ ਇਨਸਾਨਾਂ ਦਾ ਇੱਥੇ ਹਰ ਪਾਸੇ ਅਸੀਂ ਵੇਖੀਏ ਕਿ ਗਹਿ ਗਚ ਐਸੇ ਐਸੇ ਇਨਸਾਨਾਂ ਦੀ ਬਹੁਤ ਗਿਣਤੀ। ਅੱਜ ਜਿਹੜੇ ਸਾਧਾਂ ਦੇ ਡੇਰਿਆਂ ਦੇ ਉੱਤੇ ਜਿਹੜਾ ਭੀੜਾਂ ਇਕੱਠੀਆਂ ਹੁੰਦੀਆਂ ਨੇ, ਉਹ ਵਿਚਾਰੇ ਐਸੇ ਇਨਸਾਨ ਜਿਨ੍ਹਾਂ ਨੇ ਗੁਰੂ ਨੂੰ ਨਹੀਂ ਚੇਤਿਆ, ਜਿਨ੍ਹਾਂ ਨੇ ਸੱਚਾ ਗਿਆਨ ਨਹੀਂ ਲਿਆ, ਭੋਲੇ ਹਨ, ਅਣਜਾਣ ਹਨ, ਅਗਿਆਨੀ ਹਨ, ਸਮਝ ਕੋਈ ਨਹੀਂ। ਕੋਈ ਵੀ ਇਨਸਾਨ ਬਾਹਰੋਂ ਬਾਹਰੋਂ ਆ ਕੇ ਗੱਲਾਂ ਬਾਤਾਂ ਦੋ ਚਾਰ ਸੁਣਾ ਕੇ, ਉਹਨਾਂ ਨੂੰ ਸਾਖੀਆਂ ਝੂਠੀਆਂ ਸੁਣਾ ਕੇ ਆਪਣੇ ਪਿੱਛੇ ਲਾ ਲੈਂਦੇ। ਸੋ ਕਹਿਣ ਤੋਂ ਭਾਵ ਐਸੇ ਇਨਸਾਨਾਂ ਦੀਆਂ ਭੀੜਾਂ ਹਨ। ਸਮਝਣਾ ਹੋਵੇ ਵੀ ਐਸੇ ਇਨਸਾਨ ਕਿੱਥੇ ਮਿਲਣਗੇ ਜਿਹੜੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਸਮਾਜ ਵਿੱਚ ਜਦੋਂ ਝਾਤੀ ਮਾਰੋਗੇ, ਸਹਿਜੇ ਹੀ ਆਪਣੇ ਆਲੇ ਦੁਆਲੇ ਐਸੇ ਸੈਂਕੜੇ ਲੋਕ, ਹਜ਼ਾਰਾਂ ਦੇ ਲੋਕ, ਲੱਖਾਂ ਦੀ ਗਿਣਤੀ ਵਿੱਚ ਜਿਹੜੇ ਸੱਚੇ ਗਿਆਨ ਨੂੰ ਧਾਰਨ ਨਹੀਂ ਕਰਦੇ, ਸਮਝ ਲੈਂਦੇ ਕੋਈ ਨਹੀਂ। ਉਹ ਤਰਕ ਬੁੱਧੀ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਚੱਲੀਆਂ ਆ ਰਹੀਆਂ ਪਰੰਪਰਾਵਾਂ ਦੇ ਉੱਤੇ, ਚੱਲੀਆਂ ਆ ਰਹੀਆਂ ਉਹ ਝੂਠੀਆਂ ਰੀਤਾਂ ਦੇ ਉੱਤੇ ਉਟੰਕਨ ਕਰਦੇ ਹਨ। ਐਸੀ ਸੋਚ ਕਿਤੇ ਕਾਸ਼ ਸਾਡੀ ਬਣ ਜਾਏ, ਉਹ ਬਣਦੀ ਕੋਈ ਨਹੀਂ, ਕਿਉਂਕਿ ਸਮਝ ਨਹੀਂ ਲੈਣੀ, ਗਿਆਨ ਤੇ ਲੈਣਾ ਹੀ ਨਹੀਂ। ਅੱਜ ਵੀ ਅਗਰ ਆਪਾਂ ਸਾਡੀ ਸਿੱਖੀ ਦੀ ਗੱਲ ਕਰ ਲਈਏ, ਸਿੱਖ ਕੌਮ ਦੀ ਗੱਲ ਕਰ ਲਈਏ, ਆਮ ਘਰਾਂ ਵਿੱਚ ਪਰਿਵਾਰਾਂ ਵਿੱਚ ਵਿਚਰ ਕੇ ਵੇਖੋ ਕਿੰਨੇ ਕੁ ਐਸੇ ਲੋਕ ਨੇ ਜਿਨ੍ਹਾਂ ਨੂੰ ਪੜ੍ਹਨ ਦੀ ਚੇਤਕ ਹੈ। ਜਿਹੜੇ ਕੋਈ ਪ੍ਰੋਫੈਸ਼ਨਲ ਇਸ ਪਾਸੇ ਲੱਗੇ ਹੋਏ ਨੇ, ਉਹ ਤਾਂ ਆਪਣੀ ਮਜਬੂਰੀ ਕਰਕੇ, ਕਿਉਂਕਿ ਉਹ ਵੱਧ ਤੋਂ ਵੱਧ ਗਿਆਨ ਇਕੱਠਾ ਕਰਕੇ ਉਹਨਾਂ ਨੇ ਸਟੇਜਾਂ ਦੇ ਉੱਤੇ ਸ਼ੇਅਰ ਕਰਨਾ ਹੈ, ਸੁਣਾਉਣਾ ਹੈ, ਉਹਦਾ ਪੈਸਾ ਮਿਲਦਾ ਹੈ, ਉਹ ਬੈਨੀਫਿਸ਼ਰ ਹਨ। ਉਹ ਤੇ ਮਜਬੂਰੀ ਵਸ ਕਿਤਾਬਾਂ ਪੜ੍ਹਦੇ ਹਨ। ਆਮ ਸੰਗਤ ਦੇ ਵਿੱਚ, ਜਦੋਂ ਆਮ ਪਬਲਿਕ ਦੇ ਵਿੱਚ, ਆਪਣੀ ਆਮ ਸਿੱਖਾਂ ਦੇ ਵਿੱਚ ਜਦੋਂ ਗੱਲ ਕਰੀਏ, ਤੇ ਬਹੁਤ ਵਿਰਲੇ ਐਸੇ ਹੋਣਗੇ, ਕੋਈ ਹਜ਼ਾਰਾਂ ਦੇ ਵਿੱਚੋਂ ਕੋਈ ਹੋਣਗੇ 8-10 ਐਸੇ ਲੋਕ ਜਿਹੜੇ ਆਪਣੀ ਸਮਝ ਨੂੰ ਉੱਚਾ ਚੁੱਕਣ ਵਾਸਤੇ, ਆਪ ਗਿਆਨ ਲੈਣ ਵਾਸਤੇ, ਸਿੱਖੀ ਨੂੰ ਸਮਝਣ ਵਾਸਤੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਮਿਸ਼ਨ ਨੂੰ ਸਮਝਣ ਵਾਸਤੇ ਕਿਤਾਬਾਂ ਪੜ੍ਹਦੇ ਹੋਣਗੇ, ਪੁਸਤਕਾਂ ਪੜ੍ਹਦੇ ਹੋਣਗੇ। ਕਿੱਤੇਦਾਰਾਂ ਨੇ ਤੇ ਪੜ੍ਹਨੀ ਹੈ, ਪ੍ਰੋਫੈਸ਼ਨਲ ਜਿਹੜੇ ਪ੍ਰਚਾਰਕ ਹਨ ਉਹਨਾਂ ਨੇ ਤੇ ਪੜ੍ਹਨਾ ਹੈ, ਮਜਬੂਰੀ ਹੈ ਉਹਨਾਂ ਦੀ। ਲੇਕਿਨ ਆਮ ਸਿੱਖਾਂ ਦੀ ਗੱਲ ਕਰੀਏ, ਨਹੀਂ ਪੜ੍ਹਦੇ। ਇਸੇ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ, ਕੋਈ ਵੀ ਆ ਕੇ ਜਿਹੜਾ ਹੈ ਉਹਨਾਂ ਦੇ ਉੱਤੇ ਸਾਧ ਜਿਹੜਾ ਆ ਕੇ ਬਹਿ ਜਾਂਦਾ। ਜਦੋਂ ਫਿਰ ਉਹ ਕਹਿੰਦੇ ਨਾ ਉਗੜ ਜਾਏਗਾ ਖੋਟਾ ਢਬੂਆ ਨਦਰ ਸਰਾਫਾ ਆਇਆ, ਉਹ ਜਦੋਂ ਅੰਦਰੋਂ ਉਗੜ ਜਾਏਗਾ ਤਬ ਜਾਣੋਗੇ ਜਬ ਉਗੜੇ ਗੋ ਪਾਜ। ਕਬੀਰ ਜੀ ਕਹਿੰਦੇ ਨੇ, ਜਦੋਂ ਉਹਨਾਂ ਦਾ ਪਾਜ ਉਗੜਦਾ ਹੈ ਫਿਰ ਨਿਰਾਸ਼ ਹੁੰਦੇ, ਫਿਰ ਉਦਾਸ ਹੋ ਜਾਂਦੇ ਹਨ ਕਿ ਅਸੀਂ ਕਿਹਦੇ ਉੱਤੇ ਭਰੋਸਾ ਕਰ ਲਿਆ, ਅਸੀਂ ਤੈਨੂੰ ਪਿਤਾ ਜੀ ਕਹਿੰਦੇ ਸੀ, ਅਸੀਂ ਤੈਨੂੰ ਗੁਰੂ ਜੀ ਕਹਿੰਦੇ ਸੀ, ਅਸੀਂ ਤੈਨੂੰ ਰੱਬ ਸਮਝਿਆ ਸੀ, ਅਸੀਂ ਤੈਨੂੰ ਅਵਤਾਰ ਸਮਝਿਆ ਸੀ ਗੁਰੂਆਂ ਦਾ। ਫਿਰ ਨਿਰਾਸ਼ ਹੁੰਦੇ ਆ, ਫਿਰ ਅੰਦਰੋਂ ਟੁੱਟ ਜਾਂਦੇ ਆ। ਇਸ ਕਰਕੇ ਸਾਨੂੰ ਨਿਰਾਸ਼ ਨਹੀਂ ਹੋਣਾ ਪਏਗਾ। ਜੇ ਅਸੀਂ ਵਾਕਈ ਕੁਦਰਤ ਵਿੱਚ ਬਹੁਤ ਗਿਆਨ ਹੈ, ਬੜੇ ਬੜੇ ਐਸੇ ਵਿਦਵਾਨ ਹਨ, ਬਹੁਤ ਕੁਛ ਇੱਥੇ ਪਿਆ ਹੈ ਸਿੱਖਣ ਵਾਲਾ। ਅਗਰ ਅਸੀਂ ਸਿੱਖਣ ਦੀ ਭਾਵਨਾ ਲੈ ਕੇ ਸਿੱਖੀਏ ਤੇ ਇੰਨੇ ਕੁ ਅਸੀਂ ਸੁਚੇਤ ਹੋ ਜਾਵਾਂਗੇ, ਇੰਨੇ ਕੁ ਰੀਅਲ ਦੇ ਵਿੱਚ ਜਿਹੜਾ ਹੈ ਸਾਨੂੰ ਸਮਝ ਆ ਜਾਏਗੀ ਕਿ ਕੌਣ ਝੂਠਾ ਹੈ, ਕੌਣ ਸੱਚਾ। ਕੋਈ ਵੀ ਸਾਨੂੰ ਆ ਕੇ ਇਮੋਸ਼ਨਲ ਬਲੈਕਮੇਲ ਨਹੀਂ ਕਰ ਸਕੇ, ਭਾਵੁਕ ਕਰਕੇ ਸਾਨੂੰ ਕੋਈ ਵੀ ਲੁੱਟ ਨਹੀਂ ਸਕੇਗਾ, ਜੇ ਸਾਡੀ ਸਮਝ ਦਾ ਆਪਣਾ ਪੱਧਰ ਉੱਚਾ ਹੋ ਜਾਏ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ, ਨਹੀਂ ਤੇ ਫਿਰ ਉਹਨਾਂ ਇਨਸਾਨਾਂ ਦੀ ਜਿਹੜੇ ਸਮਝ ਨਹੀਂ ਲੈਂਦੇ, ਗਿਆਨ ਨਹੀਂ ਲੈਂਦੇ, ਉਹਨਾਂ ਦੀ ਹੱਥ ਤੇ ਹੀ ਹੈ ਖੇਤੈ ਅੰਦਰ ਛੁਪਿਆ ਕਹੋ ਨਾਨਕ ਸੋ ਨਾ। ਇਹ ਨਾਨਕ ਬੇਸ਼ੱਕ ਉਹ ਪੈਲੀ ਵਿੱਚ ਪਏ ਹਨ, ਖੇਤਾਂ ਵਿੱਚ ਪਏ ਹਨ, ਪਰ ਨਿਖਸਮੇ ਪਏ ਹਨ, ਤੇ ਜੇ ਵੇਖਿਆ ਜਾਏ ਤੇ ਉਹਨਾਂ ਦੇ ਬਾਅਦ ਵਿੱਚ ਆ ਕੇ 100 ਖਤਮ। ਖਲੀਆਂ ਕੁਲੀਆਂ ਬੱਪੜੇ ਧੀ ਤਨ ਵਿੱਚ ਸਵਾ। ਗੁਰਬਾਣੀ ਵਿੱਚ ਜਦੋਂ ਤਨ ਦੇ ਨੰਨੇ ਨੂੰ ਸਿਹਾਰੀ ਹੁੰਦੀ ਹੈ, ਉਦੋਂ ਵੀ ਇਹਦਾ ਅਰਥ ਵਿੱਚ ਹੁੰਦਾ ਹੈ, ਤਨ ਵਿੱਚ। ਉਹ ਅਰਥ ਕਰਨ ਵਾਸਤੇ ਸਿਹਾਰੀ ਲੱਗਦੀ ਹੈ, ਪਰ ਇੱਥੇ ਹੁਣ ਵਿੱਚ ਆਉਣ ਕਰਕੇ, ਵੈਸੇ ਤਨ ਅਗਰ ਇੱਕ ਵਚਨ ਪੁਲਿੰਗ ਹੈ, ਇੱਥੇ ਔਂਕੜ ਆਉਣਾ ਚਾਹੀਦਾ ਸੀ, ਪਰ ਵਿੱਚ ਸੰਬੰਧਕੀ ਪਦ ਆਉਣ ਕਰਕੇ ਇੱਥੇ ਤਨ ਦੇ ਨੰਨੇ ਦੀ ਔਂਕੜ ਉੱਡ ਗਈ ਹੈ। ਇੱਕ ਵਚਨ ਹੈ, ਪੁਲਿੰਗ ਹੈ, ਨਾਉ ਹੈ, ਪਰ ਵਿੱਚ ਆਉਣ ਕਰਕੇ ਇਸ ਦੀ ਔਂਕੜ ਲੈ ਗਈ ਹੈ। ਸਵਾ ਨੂੰ ਵੈਸੇ ਔਂਕੜ ਨਹੀਂ ਹੋਣੀ, ਕਿਉਂਕਿ ਇਹ ਇਸਤਰੀਲਿੰਗ ਸ਼ਬਦ ਹੈ। ਫਲੀਆਂ ਫੁਲੀਆਂ ਬੱਪੜੇ, ਵਿਚਾਰੇ ਉਹ ਫਲਦੇ ਵੀ ਹਨ, ਫੁੱਲਦੇ ਵੀ ਹਨ, ਭਾਵ ਉਹਨਾਂ ਦਾ ਆਕਾਰ ਵੀ ਬਣਦਾ ਹੈ, ਉੱਤੇ ਫਲੀ ਵੀ ਹੁੰਦੀ ਹੈ, ਉਹਨਾਂ ਨੂੰ ਫੁੱਲ ਵੀ ਲੱਗਦੇ ਹਨ, ਫੁੱਲ ਤੋਂ ਬਾਅਦ ਫਲੀ ਵੀ ਬਣਦੀ ਹੈ, ਪਰ ਵਿੱਚ ਸਵਾ ਭਰੀ।
ਕਿਉਂਕਿ ਬੇਮੌਸਮੀ ਕਈ ਵਾਰੀ ਬਰਸਾਤ ਹੁੰਦੀ ਹੈ, ਬੱਦਲ ਗੜਕਦੇ ਹਨ, ਬਿਜਲੀ ਚਮਕਦੀ ਹੈ, ਉਹਦੇ ਨਾਲ ਨੇਚਰ ਦਾ ਇਹ ਵੀ ਇੱਕ ਨਿਯਮ ਹੈ, ਇੱਕ ਵਿਧਾਨ ਹੈ, ਉਹਦੇ ਨਾਲ ਉਹਨਾਂ ਦੇ ਵਿੱਚ ਉਹ ਸਵਾਹ ਬਣ ਜਾਂਦੀ ਹੈ ਫਲ ਦੀ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਸਲੋਕ ਦੇ ਵਿੱਚ ਸਮਝਾਉਣਾ ਕਰ ਰਹੇ ਹਨ ਕਿ ਇਹੀ ਹਾਲਤ ਹੈ ਸਾਡੇ ਐਸੇ ਉਹਨਾਂ ਲੋਕਾਂ ਦੀ, ਜਿਨ੍ਹਾਂ ਲੋਕਾਂ ਨੇ ਗੁਰੂ ਪਾਤਸ਼ਾਹ ਦੀ ਇਸ ਬਾਣੀ ਨੂੰ ਜਾਂ ਸਤਿਗੁਰੂ ਦੇ ਸੱਚੇ ਗਿਆਨ ਨੂੰ ਸਿਰਫ ਤੇ ਸਿਰਫ ਆਪਣੇ ਜਿਹੜੇ ਸਾਡੇ ਸਿੱਖ ਕੌਮ ਦੀ ਜੇ ਗੱਲ ਕਰੀਏ ਤੇ ਬਾਣੀ ਨੂੰ ਸਿਰਫ ਆਪਣੇ ਸਰੀਰ ਤੱਕ ਸੀਮਿਤ ਰੱਖਿਆ ਹੈ। ਕਿਵੇਂ? ਕਿਸੇ ਦਾ ਸਿਰ ਦਰਦ ਹੁੰਦਾ ਹੈ, ਕਿਸੇ ਦੇ ਗੋਡੇ ਪੀੜ ਹੁੰਦੇ ਹਨ, ਕਿਸੇ ਦੀ ਨੌਕਰੀ ਨਹੀਂ ਲੱਗੀ, ਕੋਈ ਕਿਸੇ ਦੇ ਬੱਚੇ ਜਵਾਨ ਹੋ ਗਏ ਹਨ, ਰਿਸ਼ਤੇ ਨਹੀਂ ਮਿਲ ਰਹੇ। ਮਤਲਬ ਇਹਨਾਂ ਸਵਾਰਥਾਂ ਕਰਕੇ, ਇਹਨਾਂ ਮਤਲਬਾਂ ਕਰਕੇ ਲੋਕ ਜਿਹੜਾ ਹੈ ਗੁਰਦੁਆਰੇ ਸੇਵਾ ਵੀ ਕਰਦੇ ਹਨ, ਬਾਣੀ ਪੜ੍ਹ ਕੇ ਉਹ ਗੁਰੂ ਤੋਂ ਐਕਸਪੈਕਟ ਕਰਦੇ ਹਨ ਕਿ ਸਾਨੂੰ ਜਿਹੜਾ ਹੈ ਇਹਦੇ ਬਦਲੇ ਵਿੱਚ ਗੁਰੂ ਸਾਡੇ ਰਿਸ਼ਤੇ ਕਰਾ ਦੇਗਾ, ਸਾਡਾ ਵੀਜ਼ਾ ਲਗਾ ਦੇਗਾ। ਇਸ ਤਰ੍ਹਾਂ ਦੀ ਜਦੋਂ ਅਸੀਂ ਐਕਸਪੈਕਟੇਸ਼ਨ ਲੈ ਕੇ ਗੁਰੂ ਪਾਤਸ਼ਾਹ ਦੀ ਬਾਣੀ ਪੜਾਂਗੇ, ਸੱਚ ਜਾਣਿਓ ਕੁਛ ਵੀ ਬਦਲਣੀ ਵਾਲਾ, ਕੁਛ ਵੀ ਬਦਲਾਵ ਨਹੀਂ ਹੋਏਗਾ। ਜਿਸ ਦਿਨ ਇੱਕ ਗੁਰੂ ਦਾ ਸਿੱਖ ਘਰੋਂ ਤਿਆਰ ਹੋ ਕੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰਦੁਆਰੇ ਇਸ ਮਕਸਦ ਲਈ ਜਾਂਦਾ ਹੈ ਕਿ ਮੈਂ ਉੱਥੋਂ ਕੁਝ ਸਿੱਖਣ ਜਾਣਾ, ਕੋਈ ਉੱਥੇ ਪ੍ਰਚਾਰਕ, ਕੋਈ ਰਾਗੀ ਹੈ, ਮੈਂ ਸਿਰਫ ਕੰਨ ਰਸ ਵਾਸਤੇ ਨਹੀਂ, ਆਪਣੇ ਬੁੱਧੀ ਦਾ ਪੱਧਰ ਉੱਚਾ ਚੁੱਕਣ ਵਾਸਤੇ, ਸਿੱਖੀ ਨੂੰ ਸਮਝਣ ਵਾਸਤੇ, ਗੁਰੂ ਨਾਨਕ ਦੇ ਮਿਸ਼ਨ ਨੂੰ ਸਮਝਣ ਵਾਸਤੇ ਜਾਣਾ ਹੈ। ਸੱਚ ਜਾਣਿਓ ਸ਼ਾਇਦ ਉਹਨੂੰ 15-15, 20-20, 50-50 ਸਾਲ ਇੰਨਾ ਲੰਮਾ ਸਮਾਂ ਜਿਹੜਾ ਹੈ ਇਹਨਾਂ ਉੱਥੇ ਜਾ ਕੇ ਆਪਣਾ ਸਮਾਂ ਵਿਅਰਥ ਕਰਨ ਦੀ ਲੋੜ ਵੀ ਨਾ ਪਵੇ। ਉਹਨੂੰ ਥੋੜੇ ਸਮੇਂ ਵਿੱਚ, ਥੋੜੇ ਦਿਨਾਂ ਵਿੱਚ ਜਿਹੜੀ ਹੈ ਸਮਝ ਆ ਸਕਦੀ ਹੈ, ਉਹਦਾ ਵਿਕਾਸ ਹੋ ਸਕਦਾ ਹੈ ਬੁੱਧੀ ਦਾ। ਲੇਕਿਨ ਇਸ ਪੱਖੋਂ ਅਸੀਂ ਬਹੁਤ ਅਵੇਸਲੇ ਹਾਂ। ਸਤਿਗੁਰੂ ਬਖਸ਼ਿਸ਼ ਕਰਨ ਕਿਤੇ ਸਾਡੇ ਅੰਦਰ ਉਹ ਚਾਅ, ਉਹ ਤਾਂਘ ਪੈਦਾ ਹੋ ਜਾਵੇ, ਉਹ ਪਿਆਸ ਪੈਦਾ ਹੋ ਜਾਵੇ, ਜਿਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਜਨ ਕੋ ਪ੍ਰਭਦਰਸ਼ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਮੈਂ ਉਸ ਬੰਦੇ ਤੋਂ ਸਦਕੇ ਜਾਣਾ ਜਿਹੜੇ ਬੰਦੇ ਦੇ ਅੰਦਰ ਪਿਆਸ ਵੀ ਪੈਦਾ ਹੋ ਗਈ, ਤਾਂਘ ਵੀ ਪੈਦਾ ਹੋ ਗਈ। ਕਿਉਂਕਿ ਜਿਹਦੇ ਤਾਂਘ ਪੈਦਾ ਹੋ ਗਈ, ਜਿਹਦੇ ਅੰਦਰੋਂ ਚਾਹ ਲੱਗ ਗਈ, ਸਮਝ ਲਓ ਫਿਰ ਜ਼ਰੂਰ ਪਹੁੰਚੇਗਾ ਹੀ, ਕੋਈ ਸ਼ੱਕ ਨਹੀਂ ਉਹਦੇ ਵਿੱਚ। ਕਿਉਂਕਿ ਉਹ ਫਿਰ ਬੱਧਾ ਰੁੱਧਾ ਨਹੀਂ ਜਾਂ ਕੋਈ ਕੰਮ ਕਰਦਾ, ਮਨ ਕਰਕੇ ਕੰਮ ਕਰਦਾ। ਸੋ ਇਸ ਕਰਕੇ ਆਪ ਅੱਜ ਜਿਹੜਾ ਹੈ ਸਲੋਕ ਦੀ, ਕਿਉਂਕਿ ਸਮਾਂ ਆਪਣੇ ਕੋਲ ਜਿਹੜਾ ਹੈ ਲੰਬਾ ਸਮਾਂ ਜਿਹੜਾ ਹੈ, ਕਿਉਂਕਿ ਅੱਜ ਸਾਡੇ ਕੋਲ ਦਾ ਵੀ ਨਹੀਂ ਹੈ ਇਹਨੂੰ ਸੁਣਨ ਵਾਸਤੇ, ਕਿਉਂਕਿ ਥੋੜੇ ਸਮੇਂ ਦੇ ਵਿੱਚ ਅਗਰ ਗੱਲ ਨੂੰ ਆਪਾਂ ਡਿਲੀਵਰ ਕਰਦੇ ਹਾਂ ਤੇ ਸਮਝਣਾ ਵੀ ਸੌਖਾ ਹੁੰਦਾ ਹੈ ਥੋੜੇ ਸਮੇਂ ਵਿੱਚ ਜਿਹੜਾ ਹੈ, ਕਿਉਂਕਿ ਅਕੇਵਾਂ ਵੀ ਨਹੀਂ ਹੁੰਦਾ। ਆਉਣ ਵਾਲੇ ਸਮੇਂ 'ਚ ਆਪਾਂ ਕੋਈ ਨਹੀਂ, ਸਹਿਜੇ ਸਹਿਜੇ ਇਸੇ ਤਰ੍ਹਾਂ ਅਗਰ ਭਾਵੇਂ ਇੱਕ ਸਲੋਕ ਦੀ ਜਾਂ ਪੌੜੀ ਦੀ ਨਾਲ ਕਰਨੀ ਪੈਂਦੀ ਹੈ, ਜਾਂ 2 ਸਲੋਕ, ਜਿਵੇਂ ਵੀ ਸਮਾਂ ਆਏਗਾ, ਕਿਉਂਕਿ ਸਮਝ ਕੇ ਅਗਰ ਕਰਾਂਗੇ ਤਾਂ ਸਹੀ ਰਹੇਗਾ। ਜੇ ਸਿਰਫ ਆਪਾਂ ਉਹੀ ਗੱਲ ਚਰਖੀ ਘੁਮਾ ਕੇ ਫਟਾਫਟ ਅੱਗੇ ਤੋਂ ਅੱਗੇ ਚੱਲਦੇ ਰਹੇ ਤੇ ਸ਼ਾਇਦ ਸਾਨੂੰ ਜਿਹੜਾ ਸਾਡਾ ਮਕਸਦ ਹੈ ਉਹ ਨਹੀਂ ਪੂਰਾ ਹੋ ਸਕੇਗਾ। ਇਸ ਕਰਕੇ ਸਲੋਕ ਦੇ ਅਰਥ ਆਪਾਂ ਕੀਤੇ ਹਨ। ਆਉਣ ਵਾਲੇ ਸਮੇਂ 'ਚ ਪੌੜੀ ਨੂੰ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।